ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਆਪਣਾ ਨੋਵਲ ਹੈ ਦ ਗਾਈਡ ਬਾय ਆਰ.ਕੇ. ਨਰਾਇਣ। ਉਸ ਦਾ 4th ਕੁਐਸਚਨ ਆਪਾਂ ਕਰਾਂਗੇ, ਵਟ ਇਜ਼ ਦ ਮੇਨ ਥੀਮ ਆਫ ਦ ਨੋਵਲ ਦ ਗਾਈਡ। ਇਸ ਦੀ ਮੇਨ ਥੀਮ ਹੈ ਜਿਹੜੀ ਉਹ ਕਿਹੜੀ ਹੈ। ਜੇਕਰ ਆਪਾਂ ਤੋਂ ਇਹ ਕੁਐਸਚਨ ਪੁੱਛ ਲਿਆ ਜਾਵੇ ਤਾਂ ਆਪਾਂ ਇਹ ਵਾਲਾ ਆਨਸਰ ਜਿਹੜਾ ਉਹ ਦੇਵਾਂਗੇ। ਇਸ ਤੋਂ ਇਲਾਵਾ ਆਪਾਂ ਤੋਂ ਕੋਈ ਸਪੈਸੀਫਿਕ ਥੀਮ ਵੀ ਪੁੱਛੀ ਜਾ ਸਕਦੀ ਹੈ, ਉਸ ਦੇ ਬਾਰੇ ਆਪਾਂ ਐਂਡ ਤੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਦੇਖੋ, ਸ਼ੁਰੂ ਕਰਦੇ ਹਾਂ। ਥੀਮ ਹੈ ਜਿਹੜੀ ਆਪਾਂ ਇਹ ਵਾਲਾ ਆਨਸਰ ਦੇਵਾਂਗੇ। ਸਭ ਤੋਂ ਪਹਿਲਾਂ ਇੰਟਰੋਡਕਸ਼ਨ। ਆਰ.ਕੇ. ਨਰਾਇਣ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਨੋਵਲਿਸਟ ਆਫ ਇੰਡੀਆ। ਇੰਡੀਆ ਦਾ ਮੋਸਟ ਇੰਪੋਰਟੈਂਟ ਜਿਹੜਾ ਨੋਵਲਿਸਟ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਆਰ.ਕੇ. ਨਰਾਇਣ। ਦ ਗਾਈਡ ਇਜ਼ ਦ ਮੋਸਟ ਪੋਪੂਲਰ ਨੋਵਲ ਆਫ ਆਰ.ਕੇ. ਨਰਾਇਣ। ਮੋਸਟ ਪੋਪੂਲਰ ਨੋਵਲ ਹੈ ਆਰ.ਕੇ. ਨਰਾਇਣ ਦਾ ਇਹ। It was published in 1958. R.K. Narayan received the Sahitya Academy Award for this novel in 1960. 1960 ਦੇ ਵਿੱਚ ਆਰ.ਕੇ. ਨਰਾਇਣ ਨੂੰ ਇਸ ਨੋਵਲ ਦੇ ਲਈ ਸਾਹਿਤਯ ਅਕੈਡਮੀ ਅਵਾਰਡ ਦਿੱਤਾ ਗਿਆ ਸੀ। ਦਿਸ ਨੋਵਲ ਹੈਜ਼ ਆਲਸੋ ਬੀਨ ਫਿਲਮਡ। ਇਸ ਨੋਵਲ ਦੇ ਉੱਪਰ ਇੱਕ ਫਿਲਮ ਹੈ ਜਿਹੜੀ ਉਹ ਵੀ ਬਣ ਚੁੱਕੀ ਹੈ, ਦ ਗਾਈਡ। ਦੇਅਰ ਆਰ ਮੈਨੀ ਥੀਮਸ ਆਫ ਦ ਨੋਵਲ ਦ ਗਾਈਡ। ਬਹੁਤ ਸਾਰੀਆਂ ਥੀਮਸ ਨੇ ਇਸ ਨੋਵਲ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਲੈਟਸ ਟਾਕ ਅਬਾਊਟ ਦ ਮੇਨ ਥੀਮਸ ਆਫ ਦ ਨੋਵਲ। ਸਭ ਤੋਂ ਪਹਿਲਾਂ ਦੇਖੋ, ਥੀਮ ਆਫ ਟਰਾਂਸਫਰਮੇਸ਼ਨ। ਟਰਾਂਸਫਰਮੇਸ਼ਨ ਮਤਲਬ ਕਿ ਇੱਕ ਤੋਂ ਦੂਸਰੀ ਜਗ੍ਹਾ ਮਤਲਬ ਕਿ ਬਦਲ ਜਾਣਾ। ਦ ਸੈਂਟਰਲ ਥੀਮ ਆਫ ਦ ਨੋਵਲ ਦ ਗਾਈਡ ਇਜ਼ ਦ ਟਰਾਂਸਫਰਮੇਸ਼ਨ ਆਫ ਰਾਜੂ। ਸਭ ਤੋਂ ਜਿਹੜੀ ਮੇਨ ਥੀਮ ਹੈ ਇਸ ਦੀ ਟਰਾਂਸਫਰਮੇਸ਼ਨ ਹੈ, ਰਾਜੂ ਦੀ ਟਰਾਂਸਫਰਮੇਸ਼ਨ। ਰਾਜੂ ਕਿਸ ਤਰ੍ਹਾਂ ਮਤਲਬ ਕਿ ਉਸਦੇ ਰੋਲ ਨੇ ਜਿਹੜੇ ਬਦਲਦੇ ਨੇ। ਫਰੋਮ ਅ ਟੂਰਿਸਟ ਗਾਈਡ ਟੂ ਦ ਸਪਿਰਿਚੁਅਲ ਗਾਈਡ। ਇੱਕ ਟੂਰਿਸਟ ਗਾਈਡ ਤੋਂ ਸਪਿਰਿਚੁਅਲ ਗਾਈਡ ਮਤਲਬ ਕਿ ਇੱਕ ਸਵਾਮੀ ਦੇ ਤੌਰ ਤੇ। ਇਨ ਦ ਨੋਵਲ, ਇਸ ਨੋਵਲ ਦੇ ਵਿੱਚ ਰਾਜੂ ਟਰਾਂਸਫਰਮਸ ਹਿਮਸੈਲਫ, ਆਪਣੇ ਆਪ ਨੂੰ ਰਾਜੂ ਜਿਹੜਾ ਟਰਾਂਸਫਰ ਕਰਦਾ ਹੈ ਐਜ਼ ਅ ਗਾਈਡ, ਐਜ਼ ਅ ਲਵਰ, ਐਜ਼ ਅ ਪ੍ਰਿਜ਼ਨਰ ਐਂਡ ਐਜ਼ ਅ ਸਵਾਮੀ। ਮਤਲਬ ਪਹਿਲਾਂ ਗਾਈਡ ਹੁੰਦਾ, ਫਿਰ ਲਵਰ ਬਣਦਾ, ਰੋਜੀ ਨਾਲ ਪਿਆਰ ਕਰਦਾ, ਫਿਰ ਜੇਲ੍ਹ ਚਲਾ ਜਾਂਦਾ, ਧੋਖਾਧੜੀ ਦੇ ਵਿੱਚ ਫਿਰ ਸਵਾਮੀ ਬਣਦਾ ਐਂਡ ਤੇ। ਦ ਨੋਵਲ ਹੈਜ਼ 2 ਸਟੋਰੀਜ਼। ਇਸ ਨੋਵਲ ਦੇ ਵਿੱਚ 2 ਸਟੋਰੀਆਂ ਨੇ। 1 ਪਹਿਲੀ ਕਿਹੜੀ ਹੈ, ਇਨ ਵਿੱਚ ਰਾਜੂਜ਼ ਲਾਈਫ ਆਫ ਟੂਰਿਸਟ ਗਾਈਡ ਐਂਡ ਹਿਜ਼ ਰਿਲੇਸ਼ਨਸ਼ਿਪ ਵਿਦ ਰੋਜੀ। ਪਹਿਲੀ ਹੈ ਜਿਹੜੀ ਉਸ ਦੀ ਟੂਰਿਸਟ ਗਾਈਡ ਦੇ ਤੌਰ ਤੇ ਅਤੇ ਉਸ ਦੀ ਰਿਲੇਸ਼ਨਸ਼ਿਪ ਹੈ ਜਿਹੜੀ ਰੋਜੀ ਦੇ ਨਾਲ ਇਜ਼ ਡਿਸਕ੍ਰਾਈਬਡ, ਇਹ ਡਿਸਕ੍ਰਾਈਬ ਕੀਤੀ ਜਾਂਦੀ ਹੈ। ਅਨਦਰ ਪਾਰਟ, ਜਿਹੜਾ ਦੂਸਰਾ ਪਾਰਟ ਕਿਹੜਾ ਹੈ, ਪ੍ਰੈਜੈਂਟਸ ਹਿਜ਼ ਰਿਲੇਸ਼ਨ ਵਿਦ ਵਿਲੇਜਰਸ। ਮਤਲਬ ਕਿ ਉਸ ਦੇ ਪਿੰਡ ਵਾਲਿਆਂ ਦੇ ਨਾਲ ਕਿਹੋ ਜਿਹੇ ਰਿਲੇਸ਼ਨ ਹੁੰਦੇ ਨੇ ਉਹ ਪ੍ਰੈਜੈਂਟ ਕਰਦੀ ਹੈ ਦੂਸਰੀ ਸਟੋਰੀ। ਐਜ਼ ਅ ਹੌਲੀ ਪਰਸਨ, ਇੱਕ ਪਵਿੱਤਰ ਪਰਸਨ ਦੇ ਤੌਰ ਤੇ। ਹੌਲੀ ਹੁੰਦਾ ਪਵਿੱਤਰ, ਮਤਲਬ ਕਿ ਜਦੋਂ ਸਵਾਮੀ ਬਣ ਜਾਂਦਾ। ਬੋਥ ਦਾ ਸਟੋਰੀਜ਼ ਮੂਵ ਸਾਈਡ ਬਾਏ ਸਾਈਡ। ਦੋਨੋਂ ਹੀ ਸਟੋਰੀਆਂ ਨਾਲ ਨਾਲ ਚੱਲਦੀਆਂ ਨੇ। ਦ ਨੋਵਲਿਸਟ ਟਰਾਈਜ਼ ਟੂ ਪ੍ਰੈਜੈਂਟ ਅ ਕਰੈਕਟਰ। ਜਿਹੜਾ ਨੋਵਲਿਸਟ ਹੈ ਉਸਨੇ ਆਪਾਂ ਨੂੰ ਇੱਕ ਅਜਿਹਾ ਕਰੈਕਟਰ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੂ ਟਰਾਂਸਫਰਮਸ ਫਰੋਮ ਅ ਸਿਨਰ ਟੂ ਅ ਸੰਤ, ਜਿਹੜਾ ਕਿ ਇੱਕ ਸਿਨਰ ਤੋਂ, ਪਾਪੀ ਤੋਂ ਇੱਕ ਸੰਤ ਬਣ ਜਾਂਦਾ ਹੈ। ਰੋਜੀ ਇਜ਼ ਅਨਦਰ ਕਰੈਕਟਰ ਇਨ ਦ ਨੋਵਲ। ਰੋਜੀ ਇੱਕ ਹੋਰ ਅਜਿਹਾ ਕਰੈਕਟਰ ਹੈ ਇਸ ਨੋਵਲ ਦੇ ਵਿੱਚ, ਹੂ ਆਲਸੋ ਗੋਜ਼ ਥਰੂ ਦ ਟਰਾਂਸਫਰਮੇਸ਼ਨ, ਜਿਹੜੀ ਕਿ ਟਰਾਂਸਫਰਮੇਸ਼ਨ ਦੇ ਥਰੂ ਜਾਂਦੀ ਹੈ। ਮਤਲਬ ਉਹ ਵੀ ਆਪਣੇ ਕਰੈਕਟਰ ਦੇ ਵਿੱਚ ਟਰਾਂਸਫਰਮੇਸ਼ਨ ਕਰਦੀ ਹੈ। ਬਾਏ ਦ ਨੇਮ ਆਫ ਰੋਜੀ, ਜੇਕਰ ਰੋਜੀ ਦੇ ਨਾਮ ਦੇ ਤੌਰ ਤੇ ਦੇਖੀਏ ਆਪਾਂ, ਜਦੋਂ ਸਭ ਤੋਂ ਪਹਿਲਾਂ ਆਪਣੇ ਸਾਹਮਣੇ ਆਉਂਦੀ ਹੈ, ਸ਼ੀ ਇਜ਼ ਅ ਵਾਈਫ ਆਫ ਅ ਸਕਾਲਰ। ਉਹ ਇੱਕ ਸਕਾਲਰ ਦੀ ਪਤਨੀ ਹੈ, ਹੂ ਡਜ਼ਨਟ ਅਲਾਓ ਹਰ ਟੂ ਡਾਂਸ, ਜਿਹੜਾ ਕਿ ਉਸਨੂੰ ਡਾਂਸ ਕਰਨਾ ਅਲਾਓ ਨਹੀਂ ਕਰਦਾ। ਐਜ਼ ਅ ਡਾਂਸਰ, ਜਦੋਂ ਫਿਰ ਉਹ ਡਾਂਸਰ ਬਣ ਜਾਂਦੀ ਹੈ, ਸ਼ੀ ਸਟਾਰਟਸ ਫਲਰਟਿੰਗ ਵਿਦ ਹਰ ਗਾਈਡ ਰਾਜੂ। ਆਪਣਾ ਜਿਹੜਾ ਗਾਈਡ ਹੈ ਰਾਜੂ, ਉਸ ਦੇ ਨਾਲ ਉਹ ਫਲਰਟ ਕਰਨਾ ਚਾਲੂ ਕਰ ਦਿੰਦੀ ਹੈ। ਬਟ ਬਾਏ ਦਾ ਨੇਮ ਆਫ ਨੈਲਨੀ, ਪਰ ਨੈਲਨੀ ਦੇ ਨਾਮ ਦੇ ਤੌਰ ਤੇ ਜਦੋਂ ਐਂਡ ਤੇ ਉਸਦਾ ਨਾਮ ਨੈਲਨੀ ਪੈ ਜਾਂਦਾ ਹੈ, ਸ਼ੀ ਇਜ਼ ਮੈਚੋਰ ਇੰਡੀਪੈਂਡੈਂਟ ਵੂਮਨ। ਉਹ ਇੱਕ ਮੈਚੋਰ ਇੰਡੀਪੈਂਡੈਂਟ ਵੂਮਨ ਬਣ ਜਾਂਦੀ ਹੈ, ਹੂ ਚੂਜ਼ਸ ਟੂ ਲਿਵ ਅਲੋਨ ਪੀਸਫੁਲੀ, ਜਿਹੜੀ ਮਤਲਬ ਕਿ ਇਕੱਲੀ ਰਹਿਣਾ ਪਸੰਦ ਕਰਦੀ ਹੈ, ਸ਼ਾਂਤੀ ਦੇ ਨਾਲ, ਪੀਸਫੁਲੀ। ਈਵਨ ਲੀਵਿੰਗ ਬਿਹਾਈਂਡ ਹਰ ਡਾਂਸਿੰਗ ਕੈਰੀਅਰ ਐਂਡ ਰਾਜੂ। ਇੱਥੋਂ ਤੱਕ ਕਿ ਆਪਣਾ ਡਾਂਸਿੰਗ ਕੈਰੀਅਰ ਛੱਡ ਕੇ ਅਤੇ ਰਾਜੂ ਨੂੰ ਵੀ ਪਿੱਛੇ ਛੱਡ ਕੇ ਪੀਸਫੁਲੀ ਹੈ ਜਿਹੜੀ ਉਹ ਇਕੱਲੀ ਹੀ ਰਹਿਣ ਦੀ ਪਸੰਦ ਕਰਦੀ ਹੈ। ਮਤਲਬ ਇਸ ਤਰ੍ਹਾਂ ਟਰਾਂਸਫਰਮੇਸ਼ਨ ਹੈ ਜਿਹੜੀ ਉਸ ਦੇ ਕਰੈਕਟਰ ਦੇ ਵਿੱਚ ਵੀ ਬਹੁਤ ਸਾਰੀ ਹੁੰਦੀ ਹੈ। ਨੈਕਸਟ ਪੁਆਇੰਟ ਆਪਾਂ ਲਿਖ ਸਕਦੇ ਹਾਂ, ਥੀਮ ਆਫ ਮਟੀਰੀਅਲਿਜ਼ਮ। ਮਟੀਰੀਅਲਿਜ਼ਮ ਹੁੰਦਾ ਪਦਾਰਥਕਵਾਦੀ, ਮਤਲਬ ਕਿ ਪਦਾਰਥਵਾਦ ਜਾਂ ਭੌਤਿਕਵਾਦ। ਰਾਜੂ ਇਜ਼ ਅ ਵੈਰੀ ਮਟੀਰੀਅਲਿਸਟਿਕ ਕਰੈਕਟਰ, ਮਤਲਬ ਕਿ ਰਾਜੂ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਕਰੈਕਟਰ ਹੈ, ਭੌਤਿਕਵਾਦੀ ਹੈ, ਮਤਲਬ ਵਸਤੂਆਂ ਨੂੰ, ਚੀਜ਼ਾਂ ਨੂੰ, ਪੈਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਐਜ਼ ਹੀ ਓਨਲੀ ਕ੍ਰੇਵਸ ਫॉर ਮਨੀ, ਮਤਲਬ ਕਿ ਉਹ ਸਿਰਫ ਪੈਸੇ ਨੂੰ ਹੀ ਪਿਆਰ ਕਰਦਾ। ਕ੍ਰੇਵ ਹੁੰਦਾ ਲਾਲਸਾ ਕਰਨੀ, ਪੈਸੇ ਦੀ ਹੀ ਮਤਲਬ ਲਾਲਸਾ ਕਰਦਾ ਉਹ। ਐਂਡ ਹੈਜ਼ ਨੋ ਵੈਲਿਊ ਫॉर ਐਨੀ ਇਮੋਸ਼ਨਸ ਔਰ ਫੀਲਿੰਗਸ। ਇਮੋਸ਼ਨਸ ਅਤੇ ਫੀਲਿੰਗਸ ਦੀ ਉਸ ਦੇ ਲਈ ਕੋਈ ਜਿਹੜੀ ਕਦਰ ਨਹੀਂ ਹੈਗੀ, ਵੈਲਿਊ ਨਹੀਂ ਹੈਗੀ। ਹੀ ਮੈਨੂਪਲੇਟਸ ਹੁੰਦਾ ਹੈ ਧੋਖਾ ਕਰਨਾ, ਕਿਸੇ ਨੂੰ ਮੈਨੂਪਲੇਟ ਕਰਨਾ, ਧੋਖੇ ਦੇ ਵਿੱਚ ਰੱਖਣਾ। ਪੀਪਲ, ਹੀ ਮੈਨੂਪਲੇਟਸ ਪੀਪਲ ਫॉर ਮਨੀ ਐਂਡ ਦਿਸ ਇਜ਼ ਆਲ ਹਿਜ਼ ਪ੍ਰੋਫੈਸ਼ਨ, ਔਰ ਇਹੀ ਇਸ ਦਾ ਪ੍ਰੋਫੈਸ਼ਨ ਹੈ, ਲੋਕਾਂ ਨੂੰ ਮੈਨੂਪਲੇਟ ਕਰਦਾ। ਹੀ ਲੈਕਸ ਹੁੰਦਾ ਘਾਟ ਹੋਣੀ। ਹੀ ਲੈਕਸ ਅ ਸੈਂਸ ਆਫ ਮੋਰੈਲਿਟੀ ਐਂਡ ਰਿਲੀਜਨ। ਮੋਰੈਲਿਟੀ, ਨੈਤਿਕਤਾ ਅਤੇ ਰਿਲੀਜਨ ਦੀ ਉਸ ਦੇ ਵਿੱਚ ਘਾਟ ਹੈ।
ਐਂਡ ਲਵਸ ਵਰਲਡਲੀ ਥਿੰਗਸ ਮੋਰ, ਅਤੇ ਵਰਲਡਲੀ ਥਿੰਗਸ ਸੰਸਾਰਿਕ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਦਾ ਹੈ। ਫॉर ਹਿਮ ਉਸ ਦੇ ਲਈ ਮਨੀ ਮੀਨਸ ਉਸ ਦੇ ਲਈ ਪੈਸੇ ਤੋਂ ਭਾਵ ਕੀ ਹੈ, ਮਨੀ ਮੀਨਸ ਮੋਰ ਦੈਨ ਪੀਪਲ, ਕਿ ਪੈਸਾ ਜਿਹੜਾ ਲੋਕਾਂ ਤੋਂ ਜ਼ਿਆਦਾ ਹੈ, ਲੋਕਾਂ ਤੋਂ ਉੱਪਰ ਹੈ। ਐਂਡ ਹੀ ਫੀਲਸ ਲਾਈਕ ਅ ਫੇਲਰ, ਅਤੇ ਉਹ ਆਪਣੇ ਆਪ ਨੂੰ ਫੇਲਰ ਮਹਿਸੂਸ ਕਰਦਾ ਇਫ ਹੀ ਇਜ਼ ਨੋਟ ਅਰਨਿੰਗ ਦ ਮੈਕਸੀਮਮ ਅਮਾਊਂਟ ਆਫ ਇਟ, ਮਤਲਬ ਜੇਕਰ ਜ਼ਿਆਦਾ ਪੈਸਾ ਉਹ ਨਹੀਂ ਕਮਾ ਰਿਹਾ ਤਾਂ ਆਪਣੇ ਆਪ ਨੂੰ ਫੇਲਰ ਸਮਝਦਾ ਉਹ। ਫਾਈਨਲੀ ਹਿਜ਼ ਐਕਸ਼ਨਸ, ਤਾਂ ਅੰਤ ਦੇ ਵਿੱਚ ਆਪਾਂ ਕੀ ਦੇਖਦੇ ਹਾਂ, ਜਿਹੜੇ ਉਸਦੇ ਐਕਸ਼ਨਸ ਨੇ, ਉਸਦੇ ਜਿਹੜੇ ਮਤਲਬ ਕਿ ਕੰਮ ਨੇ, ਲੀਡਸ ਹਿਮ ਉਸ ਨੂੰ ਕਿੱਥੇ ਲੈ ਕੇ ਆਉਂਦੇ ਨੇ, ਟੂ ਅ ਪਲੇਸ ਇੱਕ ਅਜਿਹੀ ਜਗ੍ਹਾ ਤੇ ਵੇਅਰ ਮਨੀ ਇਜ਼ ਨੋ ਲੋਂਗਰ ਅਵੇਲੇਬਲ, ਜਿੱਥੇ ਪੈਸਾ ਅਵੇਲੇਬਲ ਨਹੀਂ ਹੁੰਦਾ, ਮਤਲਬ ਕਿ ਜਦੋਂ ਸੰਤ ਬਣ ਜਾਂਦਾ। ਐਂਡ ਹੀ ਹੈਜ਼ ਟੂ ਅਡੋਪਟ ਟੂ ਦਿਸ ਨਿਊ ਸਿਚੁਏਸ਼ਨ, ਅਤੇ ਇਸ ਨਵੀਂ ਸਿਚੁਏਸ਼ਨ ਨੂੰ ਉਸ ਨੂੰ ਅਪਣਾਉਣਾ ਪੈਂਦਾ। ਅਗਲੀ ਹੈਗੀ ਥੀਮ ਆਫ ਡਿਸਓਨੈਸਟੀ। ਡਿਸਓਨੈਸਟੀ ਹੁੰਦੀ ਹੈ ਮਤਲਬ ਕਿ ਓਨੈਸਟ ਨਾ ਹੋਣਾ, ਹੈ ਨਾ, ਇਮਾਨਦਾਰ ਨਾ ਹੋਣਾ, ਬੇਈਮਾਨੀ। डिसऑनेस्टी इज़ द मोस्ट इंपॉर्टेंट थीम ऑफ द नॉवल, इस नॉवल की मोस्ट इंपॉर्टेंट थीम है द गाइड दी। राजू हैज़ ऑलवेज बीन अ डिसऑनेस्ट करैक्टर, राजू हमेशा तो डिसऑनेस्ट करैक्टर ही रहा, मतलब बेईमान ही रहा। ही मिस इनफॉर्म्स एंड मिस गाइड्स हिज टूरिस्ट, वो मतलब अपने टूरिस्ट्स ने ਜਿਹੜੇ ਉਹਨਾਂ ਨੂੰ ਹਮੇਸ਼ਾ ਮਿਸ ਇਨਫੋਰਮਸ ਗਲਤ ਜਾਣਕਾਰੀ ਦਿੰਦਾ ਰਿਹਾ ਔਰ ਗਲਤ ਜੱਜ ਕਰਦਾ ਰਿਹਾ, ਉਸ ਨੂੰ ਗਲਤ ਜਗ੍ਹਾ ਦੇ ਨਾਮ ਦੱਸਦਾ ਰਿਹਾ, ਕਹਿੰਦਾ ਮਤਲਬ ਕਿ ਟੂ ਗੈਟ ਮੋਰ ਮਨੀ, ਪੈਸਾ ਪ੍ਰਾਪਤ ਕਰਨ ਦੇ ਲਈ। ਹੀ ਮਿਸਲੀਡਸ ਰੋਜੀ, ਉਹ ਰੋਜੀ ਨੂੰ ਵੀ ਮਿਸਲੀਡ ਕਰਦਾ ਟੂ ਫਾਲ ਇਨ ਲਵ ਵਿਦ ਹਿਮ, ਉਸ ਨੂੰ ਮਤਲਬ ਕਿ ਮਿਸਲੀਡ ਕਰਦਾ ਕਿ ਰੋਜੀ ਉਸ ਦੇ ਨਾਲ ਪਿਆਰ ਕਰੇ। ਵੈਨ ਰੋਜੀ ਬਿਕਮਸ ਅ ਸਕਸੈਸਫੁਲ ਡਾਂਸਰ, ਜਦੋਂ ਰੋਜੀ ਸਕਸੈਸਫੁਲ ਡਾਂਸਰ ਬਣ ਜਾਂਦੀ ਹੈ, ਦੈਨ ਰਾਜੂ ਟਰਾਈਜ਼ ਟੂ ਕੰਟਰੋਲ ਹਰ ਲਾਈਫ, ਰਾਜੂ ਉਸ ਦੀ ਲਾਈਫ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਐਂਡ ਵਾਂਟਸ ਟੂ ਅਰਨ ਮੋਰ ਮਨੀ, ਤੇ ਵੱਧ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦਾ ਉਸ ਦੇ ਸ਼ੋਜ਼ ਵਗੈਰਾ ਲਗਾ ਕੇ। ਵੰਸ ਹੀ ਫੋਰਗਸ ਹੁੰਦਾ ਕਿਸੇ ਦੇ ਜਾਲੀ ਮਤਲਬ ਸਾਈਨ ਕਰਨਾ ਧੋਖਾਧੜੀ ਨਾਲ। ਹੀ ਫੋਰਗਸ ਰੋਜੀਜ਼ ਸਿਗਨੇਚਰ, ਰੋਜੀ ਦੇ ਜਾਲੀ ਸਾਈਨ ਕਰਦਾ ਉਹ। ਟੂ ਓਬਟੇਨ ਹੁੰਦਾ ਪ੍ਰਾਪਤ ਕਰਨਾ। ਓਬਟੇਨ ਵੈਲਿਊਏਬਲ ਜਵੈਲਰੀ ਪ੍ਰਾਪਤ ਕਰਨ ਦੇ ਲਈ ਉਹ ਜਾਲੀ ਸਾਈਨ ਕਰ ਦਿੰਦਾ ਰੋਜੀ ਦੇ। ਬਿਕੋਜ਼ ਆਫ ਦਿਸ ਐਕਟ, ਇਸ ਕੰਮ ਦੇ ਲਈ ਹੀ ਇਜ਼ ਅਰੈਸਟਡ ਐਂਡ ਪੁੱਟ ਇਨਟੂ ਜੇਲ ਫॉर 2 ਈਅਰਸ, ਅਤੇ 2 ਸਾਲ ਦੇ ਲਈ ਜੇਲ੍ਹ ਦੇ ਵਿੱਚ ਉਸ ਨੂੰ ਪਾ ਦਿੱਤਾ ਜਾਂਦਾ ਹੈ। ਅਗਲਾ ਪੁਆਇੰਟ ਹੈਗਾ ਥੀਮ ਆਫ ਹਾਈਪੋਕ੍ਰੇਸੀ। ਹਾਈਪੋਕ੍ਰੇਸੀ ਹੁੰਦੀ ਹੈ ਪਖੰਡ, ਪਖੰਡ ਵੀ ਬਹੁਤ ਦਿਖਾਇਆ ਗਿਆ ਇਸ ਦੇ ਵਿੱਚ। ਹਾਈਪੋਕ੍ਰੇਸੀ ਇਜ਼ ਵਨ ਆਫ ਦਾ ਮੇਜਰ ਥੀਮ ਆਫ ਦਾ ਨੋਵਲ, ਇਸ ਨੋਵਲ ਦੀ ਮੇਜਰ ਥੀਮ ਹੈ ਹਾਈਪੋਕ੍ਰੇਸੀ। ਰਾਜੂ ਇਜ਼ ਅ ਹਾਈਪੋਕ੍ਰਿਟੀਕਲ ਕਰੈਕਟਰ ਫਰੋਮ ਦਾ ਵੈਰੀ ਬਿਗਨਿੰਗ ਆਫ ਹਿਜ਼ ਲਾਈਫ, ਆਪਣੀ ਜ਼ਿੰਦਗੀ ਦੇ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਰਾਜੂ ਹੈ ਇੱਕ ਪਖੰਡੀ ਦੇ ਤੌਰ ਤੇ ਮਤਲਬ ਆਪਣੇ ਸਾਹਮਣੇ ਆਉਂਦਾ ਹੈ, ਪਖੰਡੀ ਹੁੰਦਾ ਉਹ। ਐਜ਼ ਅ ਟੂਰ ਗਾਈਡ, ਇੱਕ ਟੂਰ ਗਾਈਡ ਦੇ ਤੌਰ ਤੇ ਹੀ ਮਿਸ ਇਨਫੋਰਮਸ ਦਾ ਟੂਰਿਸਟ, ਉਹ ਟੂਰਿਸਟਸ ਨੂੰ ਮਿਸ ਇਨਫੋਰਮ ਕਰਦਾ, ਗਲਤ ਜਾਣਕਾਰੀ ਦਿੰਦਾ, ਸਹੀ ਜਾਣਕਾਰੀ ਨਹੀਂ ਦਿੰਦਾ ਜਗ੍ਹਾਵਾਂ ਦੇ ਬਾਰੇ। ਹੀ ਹੈਲਪਸ ਰੋਜੀ ਓਨਲੀ ਫॉर ਹਿਜ਼ ਓਨ ਇੰਟਰਸਟ, ਸਿਰਫ ਆਪਣੇ ਫਾਇਦੇ ਲਈ ਹੀ ਉਹ ਰੋਜੀ ਦੀ ਮਦਦ ਕਰਦਾ। ਐਂਡ ਇਨ ਦ ਐਂਡ, ਅਤੇ ਐਂਡ ਦੇ ਵਿੱਚ ਪੋਜ਼ਸ ਐਜ਼ ਅ ਸਵਾਮੀ, ਅਤੇ ਸਵਾਮੀ ਬਣ ਜਾਂਦਾ। ਈਵਨ ਐਜ਼ ਅ ਸਵਾਮੀ ਰਾਜੂ ਇਜ਼ ਫੋਰਸਡ ਟੂ ਕਮਿਟ ਹਾਈਪੋਕ੍ਰੇਸੀ, ਸਵਾਮੀ ਦੇ ਤੌਰ ਤੇ ਵੀ ਜਿਹੜਾ ਰਾਜੂ ਹੈ ਉਸ ਨੂੰ ਪਖੰਡ ਕਰਨ ਦੇ ਲਈ ਮਤਲਬ ਮਜਬੂਰ ਹੁੰਦਾ ਉਹ। ਐਂਡ ਹੈਜ਼ ਟੂ ਫਾਸਟ, ਅਤੇ ਉਸ ਨੂੰ ਵਰਤ ਰੱਖਣਾ ਪੈਂਦਾ। ਸੋ ਐਂਡ ਤੇ ਕਨਕਲੂਜਨ ਆਪਾਂ ਕਹਿ ਸਕਦੇ ਹਾਂ, ਇਨ ਦਿਸ ਵੇ ਵੀ ਕੈਨ ਸੇ ਦੈਟ ਟਰਾਂਸਫਰਮੇਸ਼ਨ ਆਫ ਰਾਜੂ ਇਜ਼ ਦਾ ਸੈਂਟਰਲ ਥੀਮ ਆਫ ਦਾ ਨੋਵਲ, ਮਤਲਬ ਕਿ ਰਾਜੂ ਦੀ ਟਰਾਂਸਫਰਮੇਸ਼ਨ ਕਰੈਕਟਰ ਦੇ ਵਿੱਚ ਇਸ ਨੋਵਲ ਦੀ ਹੈ ਜਿਹੜੀ ਉਹ ਮੇਨ ਥੀਮ ਹੈ ਜਿਹੜੀ ਆਪਾਂ ਉਹ ਕਹਿ ਸਕਦੇ ਹਾਂ। ਸੋ ਇਸ ਤਰ੍ਹਾਂ ਇਹ ਸੀ ਆਪਣੀ ਮੇਨ ਥੀਮ। ਜੇਕਰ ਸਿਰਫ ਥੀਮ ਪੁੱਛ ਲਈ ਜਾਵੇ ਤੁਸੀਂ ਇਹ ਜਿਹੜਾ ਆਨਸਰ ਹੈ ਸਾਰਾ ਦੇ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਆਪਾਂ ਤੋਂ ਸਿਰਫ ਇਕੱਲਾ ਇੰਨਾ ਪੁੱਛ ਲਿਆ ਜਾਵੇ ਕਿ ਥੀਮ ਆਫ ਟਰਾਂਸਫਰਮੇਸ਼ਨ, ਸਿਰਫ ਇਹ ਆਨਸਰ ਦਿਓ, ਤਾਂ ਤੁਸੀਂ ਨੇ ਕੀ ਕਰਨਾ ਹੈ, ਜਿੱਥੇ ਆਪਣਾ ਇਹ ਐਰੋ ਜਿੱਥੇ ਮੈਂ ਰੋਕ ਰੱਖਿਆ ਇੱਥੇ ਤੱਕ ਤੁਸੀਂ ਨੇ ਇਸ ਤਰ੍ਹਾਂ ਹੀ ਲਿਖਣਾ ਉੱਪਰ। ਇੰਟਰੋਡਕਸ਼ਨ ਉੱਪਰ ਲਿਖ ਦੇਣੀ ਹੈ, ਜਿਹੜੀ ਉੱਪਰ ਇੰਟਰੋਡਕਸ਼ਨ ਹੈ ਇਹ ਐਜ਼ ਇਟ ਇਸੇ ਤਰ੍ਹਾਂ ਲਿਖ ਦੇਣੀ ਹੈ। ਉਸ ਤੋਂ ਬਾਅਦ ਥੀਮ ਆਫ ਟਰਾਂਸਫਰਮੇਸ਼ਨ ਦੇ ਵਿੱਚੋਂ ਇੱਥੇ ਸਵਾਮੀ ਦੇ ਤੱਕ, ਇੱਥੇ ਤੱਕ ਲਿਖਣਾ ਹੈ। ਇੱਥੋਂ ਲਿਖਣ ਤੋਂ ਬਾਅਦ ਤੁਸੀਂ ਨੇ ਰਾਜੂ ਦਾ ਪੂਰਾ ਕਰੈਕਟਰ ਸਕੈਚ ਲਿਖ ਦੇਣਾ। ਆਹ ਲੈਣਾ ਤੁਸੀਂ ਨੇ ਆਹ ਪਹਿਰੇ ਤੱਕ ਸੰਤ, ਇੱਥੇ ਤੱਕ ਇਹ ਲੈਣਾ ਨਹੀਂ ਲਿਖਣੀ ਆ। ਇਹਦੇ ਵਿੱਚ ਤੁਸੀਂ ਨੇ ਰਾਜੂ ਦਾ ਪੂਰਾ ਕਰੈਕਟਰ ਸਕੈਚ ਲਿਖ ਦੇਣਾ ਐਂਡ ਤੇ ਆ ਰੋਜੀ ਇੱਥੋਂ ਲੈ ਕੇ ਇਹ ਪੂਰਾ ਜਿਹੜਾ ਪਹਿਰਾ ਹੈ ਇਹ ਲਿਖ ਦੇਣਾ। ਸੋ ਇਹ ਤੁਹਾਡੀ ਬਣ ਜਾਏਗੀ ਥੀਮ ਆਫ ਟਰਾਂਸਫਰਮੇਸ਼ਨ। ਸੋ ਜੇਕਰ ਸਿਰਫ ਥੀਮ ਪੁੱਛਦੇ ਨੇ ਤਾਂ ਇਹ ਆਨਸਰ ਜਿਹੜਾ ਆਪਾਂ ਪੜ੍ਹਿਆ ਤੁਸੀਂ ਨੇ ਇਹ ਲਿਖ ਦੇਣਾ। ਸੋ ਜੇਕਰ ਵੀਡੀਓ ਚੰਗੀ ਲੱਗੀ ਹੈ, ਜਿਹੜੀ ਵਰਡਿੰਗ ਹੈ ਆਪਣੇ ਇਸ ਆਨਸਰ ਦੀ ਤੁਹਾਨੂੰ ਆਸਾਨ ਲੱਗੀ ਹੈ, ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ। ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।